ਖੇਤੀਬਾੜੀ ਕਾਨੂੰਨ ਦੇ ਵਿਰੋਧ 'ਚ ਲਗਾਤਾਰ ਕਿਸਾਨਾਂ ਨੇ ਦਿੱਲੀ ਘੇਰੀ ਹੋਈ ਹੈ। ਪ੍ਰੋਟੈਸਟ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਦੇ ਨਾਲ ਸਿੱਧੇ ਤੌਰ ਤੇ ਮੱਥਾ ਲੱਗਿਆ ਹੋਇਆ। ਅਮਿਤ ਸ਼ਾਹ ਦੇ ਬਹੁਤ ਸਾਰੇ ਆਗੂਆਂ ਨੂੰ ਫੋਨ ਆਏ, ਉਹ ਕਹਿੰਦੇ ਸਾਡੇ ਨਾਲ ਗੱਲਬਾਤ ਕਰੋ। ਗੱਲਬਾਤ ਦਾ ਵੀ ਦੌਰ ਜਾਰੀ ਹੈ, ਪਰ ਸਿੱਟਾ ਨਿਕਲਦਾ ਅਜੇ ਨਜ਼ਰ ਨਹੀਂ ਆ ਰਿਹਾ। ਲੱਗਦਾ ਇਹ ਹੈ ਕਿ ਸੰਘਰਸ਼ ਲੰਬਾ ਚੱਲ ਸਕਦਾ। ਇੰਟਰਨਲ ਸੋਰਸਸ ਇਹੀ ਦੱਸਦੇ ਨੇ। ਔਰ ਬਹੁਤ ਸਾਰੇ ਲੋਕ ਜੋ ਪੰਜਾਬ ਤੋਂ ਪਹੁੰਚੇ ਨੇ, ਹਰਿਆਣਾ ਤੋਂ ਪਹੁੰਚੇ ਨੇ, ਬਹੁਤ ਸਾਰੇ ਹੋਰ ਸੂਬਿਆਂ ਤੋਂ ਵੀ ਪਹੁੰਚੇ ਨੇ। ਉਹਨਾਂ ਦੇ ਵਿੱਚ ਛੋਟੇ ਬੱਚੇ, ਨੌਜਵਾਨ ਤੇ ਬਜ਼ੁਰਗ ਸ਼ਾਮਲ ਨੇ। ਇੱਕ ਮੁੰਡਾ ਸਾਡੇ ਨਾਲ ਮੌਜੂਦ ਹੈ, 13-14 ਸਾਲ ਦੀ ਉਮਰ ਹੈ। ਛੋਟਾ ਹਾਥੀ ਤੇ ਟਰੈਕਟਰ ਲੈ ਕੇ ਆਪਦੇ ਪਿੰਡ ਵਾਲਿਆਂ ਦੇ ਨਾਲ ਪਹੁੰਚਿਆ। ਗੁਰਸੇਵਕ ਇਸ ਦਾ ਨਾਮ ਹੈ, ਹਰੀਕੇ ਤੋਂ ਆ। ਗੁਰਸੇਵਕ, ਕਿੰਨੇ ਦਿਨਾਂ ਤੋਂ ਪਹੁੰਚੇ ਹੋਏ ਹੋ ਤੁਸੀਂ ਇੱਥੇ ਦਿੱਲੀ? ਜੀ, ਜਿੱਦਣ ਤੋਂ ਇਹ ਸੰਘਰਸ਼ ਜਾਰੀ ਹੈ, ਚਾਹੇ ਉਹ ਪੰਜਾਬ ਦੇ ਵਿੱਚ ਹੋਵੇ, ਚਾਹੇ ਉਹ ਅੱਜ ਦੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਹੋਵੇ, ਉਦੋਂ ਤੋਂ ਇਸ ਸੰਘਰਸ਼ ਦੇ ਨਾਲ ਆ। ਚਾਹੇ ਉਹ ਰੇਲ ਰੋਕੋ ਅੰਦੋਲਨ ਹੋਵੇ, ਚਾਹੇ ਟੋਲ ਪਲਾਜ਼ਾ ਨੂੰ ਘੇਰਨ ਦੀ ਗੱਲ ਹੋਵੇ। ਦਿੱਲੀ ਆਏ ਹੋ, ਦਿੱਲੀ ਕੀ ਸੋਚ ਕੇ ਆਏ ਸੀ? ਵੀ ਜਲਦੀ ਮੁੜ ਆਵਾਂਗੇ, ਛੇਤੀ ਸਰਕਾਰ ਬਣ ਜੂਗੀ? ਨਹੀਂ, ਐਵੇਂ ਨਹੀਂ ਸੋਚ ਕੇ ਆਏ। ਪਿੰਡੋਂ ਦਾ ਇਹੋ ਸੋਚ ਕੇ ਤੁਰੇ ਸਾਂ ਕਿ ਸਾਲ ਦਾ ਰਾਸ਼ਨ ਨਾਲ ਲੈ ਕੇ ਜਾਣਾ ਪੈਣਾ ਵਾ। ਜਿਹੜੀ ਰਸਤਾ ਹੈ ਉਹ ਇਕੱਠੀ ਕਰਕੇ ਲਿਆਂਤੀ ਹੈ। ਤੇ ਇਸ ਸਮੇਂ ਜਿਹੜਾ ਪਿੱਛੋਂ ਵੀ ਸਾਥੀਆਂ ਦੇ ਫੋਨ ਆ ਰਹੇ ਆ ਵੀ ਭਰਾਓ ਤਗੜੇ ਹੋ ਜੋ, ਗੱਲ ਹੀ ਕੋਈ ਨਹੀਂ, ਰਾਸ਼ਨ ਵਾਲੀਆਂ ਢੇਰੀਆਂ ਲਾ ਦਾਂਗੇ। ਸੋ ਪਿੰਡਾਂ 'ਚ ਵੀ ਰਾਸ਼ਨ ਇਕੱਠਾ ਹੋ ਰਿਹਾ ਤੇ ਜੋ ਮਾਇਆ ਦਾ ਵੀ ਜਿਹੜਾ ਸੰਯੋਗ ਆ ਪਿੰਡਾਂ 'ਚੋਂ ਆ ਰਿਹਾ। ਲੱਗਦਾ ਨਹੀਂਗਾ ਕਿ ਸਰਕਾਰ ਇੰਨੀ ਛੇਤੀ ਮੰਨ ਜੂਗੀ, ਕਿਉਂਕਿ ਮੀਟਿੰਗਾਂ ਦਾ ਦੌਰ ਚੱਲ ਰਿਹਾ। ਮੀਟਿੰਗਾਂ ਦੇ ਵਿੱਚ ਵੀ ਕੋਈ ਪੋਜ਼ਿਟਿਵ ਰਿਸਪਾਂਸ ਮਿਲਦਾ ਨਹੀਂ ਨਜ਼ਰ ਆ ਰਿਹਾ। ਜਿਹੜਾ ਅਸਲ ਸੰਘਰਸ਼ ਹੈ ਨਾ, ਉਹ ਜਲਦੀ ਨਿਬੜਨ ਵਾਲਾ ਨਹੀਂ ਹੁੰਦਾ। ਉਹਦੇ ਵਿੱਚ ਸਮਾਂ ਲੱਗਦਾ ਹੈ। ਜਿਵੇਂ ਇਨਕਲਾਬ ਦੇ ਵਿੱਚ ਸਮਾਂ ਲੱਗਦਾ ਹੈ, ਪਰ ਉੱਥੇ ਫਿਰ ਜਦੋਂ ਇਨਕਲਾਬ ਆਉਂਦਾ ਫਿਰ ਲੋਕਾਂ ਨੂੰ ਇੱਕ ਪ੍ਰੋਪਰ ਸਮਾਧਾਨ ਮਿਲ ਜਾਂਦਾ ਵਾ। ਉਸੇ ਪ੍ਰਕਾਰ ਇਹ ਜਿਹੜੇ ਖੇਤੀ ਆਰਡੀਨੈਂਸ ਆ, ਜੇ ਚਲੋ ਲੰਮੇ ਚੱਲਣਗੇ, ਪਰ ਸਾਨੂੰ ਪ੍ਰੋਪਰ ਸਮਾਧਾਨ ਲੈ ਕੇ ਹੀ ਅਸੀਂ ਤੋਂ ਉੱਠਾਂਗੇ। ਹੁਣ ਇਹ ਤਾਂ ਹੈਗਾ ਨਹੀਂ ਹੈ ਵੀ ਸਾਡੇ ਕੋਈ ਮਗਰ ਪਿਆ ਵੀ ਅਸੀਂ ਮਿੰਟੋ ਮਿੰਟ ਇੱਥੋਂ ਉੱਠਣਾ, ਸਾਨੂੰ ਕਿਸੇ ਦਾ ਦਬਾਅ ਨਹੀਂ ਆ। ਅਸੀਂ ਆਪਣੀ ਮਰਜ਼ੀ ਦੇ ਨਾਲ ਇੱਥੇ ਅਰਮਾਨ ਦੇ ਨਾਲ ਬੈਠੇ ਹੋਏ ਆ, ਸ਼ਾਂਤਮਈ ਢੰਗ ਦੇ ਨਾਲ ਬੈਠੇ ਆ। ਇਸੇ ਪ੍ਰਕਾਰ ਸੰਘਰਸ਼ ਕੌਣ ਕੌਣ ਆਇਆ? ਘਰੋਂ ਪਾਪਾ ਜੀ ਆਏ ਨੇ ਤੇ ਬਾਕੀ ਪਿੰਡ ਦੇ ਸਾਥੀ ਜੋ ਵੀ ਤੁਹਾਨੂੰ ਦਿਖ ਰਹੇ ਆ, ਨੌਜਵਾਨ ਪਿੰਡ ਦੇ ਆਏ ਆ। ਔਰ ਪੂਰਾ ਸਿਸਟਮ, ਪੂਰਾ ਸਮਾਨ ਤਾਂ ਤੁਸੀਂ ਪੈਕ ਕਰਕੇ ਲਿਆਏ ਹੋ। ਪਰ ਲੱਗਦਾ ਕੀ ਹੈ, ਕਿਉਂਕਿ ਸੰਘਰਸ਼ ਕਿਸ ਪਾਸੇ ਜਾਂਦਾ? ਲੱਗਦਾ ਗੱਲਾਂ ਬਹੁਤ ਸਿਆਣੀਆਂ ਕਰਦੇ ਹੋ ਤੁਸੀਂ, ਉਮਰ ਬੇਸ਼ੱਕ ਛੋਟੀ ਹੈ, ਪਰ ਲੱਗਦਾ ਕੀ ਹੈ ਸਰਕਾਰ ਕੀ ਕਰਨਾ ਕੀ ਚਾਹੁੰਦੀ ਹੈ? ਕਿਉਂਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਜੋ ਕਾਨੂੰਨ ਲੈ ਕੇ ਆਏ ਆ ਬਹੁਤ ਫਾਇਦੇਮੰਦ ਨੇ ਕਿਸਾਨਾਂ ਵਾਸਤੇ। ਕਿਸਾਨ ਕਹਿੰਦੇ ਜਿਹੜੇ ਕਾਨੂੰਨ ਲੈ ਕੇ ਆਏ ਹੋ ਸਾਨੂੰ ਜਦੋਂ ਫਾਇਦਾ ਹੀ ਨਹੀਂ ਤਾਂ ਧੱਕੇ ਨਾਲ ਫਾਇਦਾ ਕਿਉਂ ਕਰ ਰਹੀ ਹੈ ਸਰਕਾਰ? ਦੇਖੋ, ਆਪਣੀ ਪੰਜਾਬੀ ਦੀ ਕਹਾਵਤ ਹੈ, ਘਮਿਆਰੀ ਆਪਣਾ ਪੰਡ ਆਇਆ ਸੁਣਾਉਂਦੀ ਹੈ। ਸੋ ਇਸ ਸਮੇਂ ਜਿਹੜਾ ਮੋਦੀ ਹੈ ਉਹ ਕੰਮ ਕਰ ਰਿਹਾ, ਇਹ ਆਪਣਾ ਆਪ ਨੂੰ ਸਲਾਹ ਰਿਹਾ ਵੀ ਇਹ ਕਾਨੂੰਨ ਬੜੇ ਵਧੀਆ ਜੀ, ਇਹ ਕਾਨੂੰਨਾਂ ਦੇ ਨਾਲ ਬਹੁਤ ਫਾਇਦਾ ਜੀ। ਪਰ ਇਹਦੇ ਵਿੱਚੋਂ ਜੇ ਆਪਾਂ ਦੇਖੀਏ ਤਾਂ ਕੁਝ ਵੀ ਜਿਹੜਾ ਵਾ ਸਿੱਟਾ ਉਹ ਨਹੀਂ ਨਿਕਲਦਾ। ਜੇ MSP ਦੀ ਗਰੰਟੀ, MSP ਸਾਡੇ ਕੋਲ ਪਹਿਲਾਂ ਵੀ ਹੈਗੀ ਆ, ਸਾਨੂੰ MSP ਨਹੀਂ ਚਾਹੀਦੀ, ਉਹਦੀ ਗਰੰਟੀ ਚਾਹੀਦੀ ਹੈ। MSP ਤਾਂ ਮੱਕੀ ਦੀ ਫਸਲ ਤੇ ਵੀ ਹੈਗੀ ਹੈ। 1850 ਰੁਪਏ ਕਿ ਉਹਦਾ ਰੇਟ ਸੀ ਮੱਕੀ ਦਾ, ਤੇ ਮੱਕੀ ਵਿਕੀ ਕਿੰਨੇ ਨੂੰ? 600 ਰੁਪਏ ਨੂੰ, 700 ਰੁਪਏ ਨੂੰ। ਇੱਕ ਜੱਟ ਧਾਵਾ ਮਾਰ ਕੇ ਰੋਪਿਆ, ਉਹ ਕਹਿੰਦਾ 600 ਰੁਪਏ ਨੂੰ ਮੈਂ ਮੱਕੀ ਅੱਜ ਕੁਇੰਟਲ ਵੇਚ ਰਿਹਾ ਤੇ 500 ਨੂੰ ਤਾਂ ਮੈਂ ਇਹਦਾ ਲਿਆ ਕੇ 20 ਪਾਇਆ ਕਿਲੋ। ਤੇ ਹੁਣ ਦੱਸੋ ਇੱਥੇ ਕਿਸਾਨ ਕੀ ਕਰੂਗਾ? ਫਾਹੀ ਲੱਗੂਗਾ ਜੀ। ਗੱਲਾਂ ਕੌਣ ਸਿਖਾਉਂਦਾ? ਪੜ੍ਹਦੇ ਹੁੰਨੇ ਹੋ, ਕੀ ਕਰਦੇ ਹੋ? ਦੇਖੋ, ਇਹ ਗੱਲਾਂ ਸਮਾਜ ਚੋਂ ਆਉਂਦੀਆਂ। ਸਮਾਜ ਚੋਂ ਤਾਂ ਹੋਰ ਵੀ ਬਹੁਤ ਸਾਰੇ ਬੱਚੇ ਹੋਣੇ, ਹਰ ਕੋਈ ਕਿਸੇ ਨੂੰ ਗੁਰਸੇਵਕ ਤਰ੍ਹਾਂ ਨੌਲੇਜ ਨਹੀਂ ਹੈ। ਦੇਖੋ, ਗਾਈਡੈਂਸ ਹੁੰਦੀ ਹੈ, ਚੀਜ਼ ਨੂੰ ਨੋਟ ਕਰਨਾ। ਹੁਣ ਆਪਾਂ ਸੰਘਰਸ਼ਾਂ ਦੇ ਵਿੱਚ ਪਏ ਹੋਏ ਆ, ਹੁਣ ਸਾਨੂੰ ਸਮਝ ਆਈ ਹੈ। ਸੂਝੀ ਪਹਿਲਾਂ ਇਹ ਤਾਂ ਨਹੀਂ ਸਾਡੇ ਜੰਮਦਿਆਂ ਸੂਝੀ ਆ ਗਈ ਸੀ, ਸਾਨੂੰ ਹੀ ਹੌਲੀ ਹੌਲੀ ਸੂਝੀ ਆਈ ਹੈ। ਪਤਾ ਲੱਗਾ ਹੈ ਕਿ ਲੋਕਾਂ ਤੋਂ ਪਤਾ ਲੱਗਾ ਹੈ, ਸਮਾਜ ਦੇ ਵਿੱਚੋਂ ਪਤਾ ਲੱਗਾ ਵੀ ਇਹ ਕੋਈ ਚੱਲ ਰਿਹਾ ਵਾ। ਫਿਰ ਉਸ ਤੋਂ ਬਾਅਦ ਜਿਹੜਾ ਵਾ ਜਦੋਂ ਸੰਬੋਧਨ ਕਰਦੇ ਬੁਲਾਰੇ, ਉਹਨਾਂ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਜਿਹੜੇ ਆਮ ਤੇ ਆਵਾਮ ਲੋਕ ਆ। ਕਿੰਨੇ ਸਮੇਂ ਤੋਂ ਧਰਨੇ ਤੇ ਜਾ ਰਹੇ ਹੋ? ਲੰਮੇ ਸਮੇਂ ਤੋਂ ਜੀ ਧਰਨਿਆਂ ਦੇ ਵਿੱਚ ਆ। 7 ਸਾਲ ਦੀ ਉਮਰ ਸੀ ਜਦੋਂ ਮੈਂ ਇਹਨਾਂ ਸੰਘਰਸ਼ਾਂ ਦੇ ਵਿੱਚ, ਇਹਨਾਂ ਘੋਲਾਂ ਦੇ ਵਿੱਚ ਪਿਆ। ਪੜ੍ਹਦੇ ਹੋ, ਪੜ੍ਹਾਈ ਕਰ ਰਹੇ ਹੋ? ਕਿਹੜੀ ਕਲਾਸ ਚ? ਨਾਲ ਨਾਲ ਪੜ੍ਹਾਈ ਵੀ ਹੋ ਰਹੀ ਹੈ। 7ਵੀਂ ਕਲਾਸ ਦਾ ਵਿਦਿਆਰਥੀ ਹਾਂ ਜੀ ਮੈਂ। 13 ਸਾਲ ਉਮਰ ਹੈ ਮੇਰੀ। 13 ਸਾਲ ਉਮਰ ਹੈ, 7ਵੀਂ ਕਲਾਸ ਦੇ ਵਿੱਚ ਪੜ੍ਹਾਈ ਕਰ ਰਹੇ ਹੋ। ਗੱਲਾਂ ਬਹੁਤ ਅੱਗੇ ਦੀਆਂ ਕਰਦੇ ਹੋ। ਪਰਿਵਾਰ ਕੀ ਕਹਿੰਦਾ ਤੁਹਾਡਾ? ਪਰਿਵਾਰ ਦੇਖੋ ਜੀ, ਇਹ ਸਾਡੀ ਚੌਥੀ ਪੀੜ੍ਹੀ ਆ। ਪਹਿਲਾਂ ਸਾਡੇ ਬਾਬਾ ਜੀ, ਉਸ ਤੋਂ ਬਾਅਦ ਮੇਰੇ ਦਾਦਾ ਜੀ, ਉਸ ਤੋਂ ਬਾਅਦ ਪਿਤਾ ਜੀ, ਹੁਣ ਦਾਸ। ਹਾਂਜੀ। ਨਹੀਂ, ਪਰਿਵਾਰ ਕੀ ਕਹਿੰਦਾ? ਪਰਿਵਾਰ ਕੀ ਕਹਿੰਦਾ ਤੁਹਾਨੂੰ ਜਦੋਂ ਤੁਸੀਂ ਸੰਘਰਸ਼ਾਂ ਦੇ ਵਿੱਚ ਜਾਂਦੇ ਹੋ? ਪਰਿਵਾਰ ਖੁਦ ਹਰ ਕੋਈ ਇਹ ਕਹਿੰਦਾ ਹੈ ਕਿ ਸਾਡਾ ਬੱਚਾ ਪੜ੍ਹ ਲਿਖ ਜਾਵੇ। ਤੁਸੀਂ ਦਿੱਲੀ ਪਹੁੰਚੇ ਹੋਏ ਹੋ ਕਿਸਾਨਾਂ ਦੇ ਨਾਲ, ਤੁਹਾਡੇ ਫਾਦਰ ਸਾਹਿਬ ਵੀ ਤੁਸੀਂ ਦੱਸਿਆ ਆਏ ਹੋਏ ਆ। ਜੀ, ਸਾਰੇ ਆਏ ਆ। ਬਾਕੀ ਦੇਖੋ, ਇਹ ਸਾਡੀ ਚੌਥੀ ਪੀੜ੍ਹੀ ਆ। ਸਾਨੂੰ ਖੂਨ ਦੇ ਵਿੱਚ ਜਿਹੜਾ ਸੰਘਰਸ਼ ਮਿਲੇ ਆ, ਤੇ ਤਾਂ ਕਰਕੇ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਵੀ ਅਸੀਂ ਇਸ ਸੰਘਰਸ਼ਾਂ ਦੇ ਲੇਖੇ ਲਾਇਆ, ਕਿਉਂਕਿ ਇਹ ਜਿਹੜੀ ਸੇਵਾ ਹੈ ਕਿਸੇ ਕਿਸੇ ਨੂੰ ਪ੍ਰਾਪਤ ਹੁੰਦੀ ਹੈ ਜੀ। ਖੇਤੀ ਕੀ ਕਰਦੇ ਹੋ?
ਖੇਤੀ ਦੇਖੋ ਅਸੀਂ ਤਾਂ ਜਮਹੂਰੀ ਕਿਸਾਨ ਸਭਾ ਪੰਜਾਬ 'ਚ ਮੇਰੇ ਪਿਤਾ ਜੀ ਕੰਮ ਕਰਦੇ ਆ। ਹਾਂਜੀ, ਪੂਰਾ ਸਮਾਂ ਉਹਦੇ ਵਿੱਚ ਲਾਉਂਦੇ। ਖੇਤੀ ਵੀ ਕਰਦੇ ਹੋ ਤੁਸੀਂ? ਖੇਤ ਹੈਗੇ ਤੁਹਾਡੇ? ਨਹੀਂ, ਖੇਤ ਫਸਲਵਾੜੀ? ਖੇਤ ਨਹੀਂ ਹੈਗੇ। ਪਾਪਾ ਜਿਹੜੇ ਆ ਕੇਵਲ ਕਿਸਾਨ ਜਥੇਬੰਦੀਆਂ ਦੇ ਕੰਮ ਹੀ ਕਰਦੇ ਆ। ਹੋਰ ਟਾਈਮਰ ਹੈ, ਪੂਰਾ ਸਮਾਂ ਜਿਹੜਾ ਵਾ ਹੈਗੇ ਕਿਸਾਨ ਪਰ ਪੂਰਾ ਟਮਾ ਜਿਹੜਾ ਵਾ ਸਮਾਂ ਵਾ ਉਹ ਇਹਦੇ ਵਿੱਚ ਲਾਉਂਦੇ ਆ। ਜ਼ਮੀਨ ਹੈਗੀ ਤੁਹਾਡੇ ਕੋਲੇ ਉੱਥੇ? ਨਹੀਂ ਜੀ, ਉੱਥੇ ਜ਼ਮੀਨ ਨਹੀਂ ਹੈਗੀ, ਉੱਥੋਂ ਅਸੀਂ ਹਾਂਜੀ। ਠੀਕ ਹੈ, ਜ਼ਮੀਨ ਹੈ ਨਹੀਂ, ਖੇਤੀ ਕਰਦੇ ਨਹੀਂ, ਪਰ ਫਿਰ ਵੀ ਇਹਨਾਂ ਨੂੰ ਇੱਕ ਚੀਜ਼ ਪਤਾ ਹੈ, ਜਿਹੜੀਆਂ ਚੀਜ਼ਾਂ ਨੂੰ ਲੈ ਕੇ ਸਰਕਾਰ ਕਹਿੰਦੀ ਹੈ ਕਿ ਇਹ ਬਿੱਲ ਤੁਹਾਡੇ ਲਈ ਬਹੁਤ ਫਾਇਦੇਮੰਦ ਨੇ। ਇੱਕ 13 ਸਾਲ ਦੇ ਬੱਚੇ ਨੂੰ ਵੀ ਪਤਾ ਕਿ ਕਾਨੂੰਨ ਉਹਨਾਂ ਲਈ ਕਿੰਨੇ ਨੁਕਸਾਨਦਾਇਕ ਨੇ। ਗੋਦੀ ਮੀਡੀਆ ਜੋ ਮਰਜ਼ੀ ਗੱਲਾਂ ਕਰੀ ਜਾਵੇ, ਜਿੱਦਾਂ ਮਰਜ਼ੀ ਇਹਨਾਂ ਲੋਕਾਂ ਨੂੰ ਖਾਲਿਸਤਾਨੀ ਦੱਸਿਆ ਜਾਵੇ, ਪਰ ਇਹ ਲੋਕ ਕਿਸਾਨ ਨੇ, ਪੰਜਾਬ ਦੇ ਕਿਸਾਨ ਨੇ। ਰਾਤ ਨੂੰ ਇਹਨਾਂ ਨੇ ਇਸੇ ਦੇ ਵਿੱਚ ਸੌਣਾ। ਦੂਸਰੇ ਪਾਸੇ ਵੀ ਟਰਾਲੀਆਂ ਲੱਗੀਆਂ ਹੋਈਆਂ ਨੇ, ਰਾਸ਼ਨ ਪਾਣੀ ਦਾ ਇੰਤਜ਼ਾਮ ਪੂਰਾ ਪੱਕਾ ਕਰਕੇ ਆਏ ਆ, ਕਿਉਂਕਿ ਮੀਟਿੰਗਾਂ ਦਾ ਦੌਰ ਜਿਹੜਾ ਚੱਲ ਰਿਹਾ, ਪਹਿਲਾਂ ਮੀਟਿੰਗਾਂ ਚੱਲ ਰਹੀਆਂ ਸੀ, ਉਹਨਾਂ ਦੇ ਵਿੱਚ ਲੱਗ ਰਿਹਾ ਸੀ ਕਿ ਕੋਈ ਉਮੀਦ ਜਾਗੇਗੀ, ਸਰਕਾਰ ਆਪਦਾ ਸਟੈਂਡ ਬਦਲੇਗੀ। ਪਰ ਹੁਣ ਜੋ ਮੀਟਿੰਗ ਚੱਲ ਰਹੀ ਹੈ ਉਸ ਦੇ ਵਿੱਚ ਲੱਗ ਨਹੀਂ ਰਿਹਾ ਕਿ ਕੋਈ ਸਿੱਟਾ ਨਿਕਲੇਗਾ, ਕਿਉਂਕਿ ਇਹ ਲੱਗਦਾ ਹੁਣ ਹੈ ਕਿ ਸੰਘਰਸ਼ ਲੰਬਾ ਚੱਲ ਸਕਦਾ। ਕੀ ਕਹੋਗੇ, ਸੰਘਰਸ਼ ਕਿੰਨਾ ਕੁ ਲੰਬਾ ਚੱਲਣ ਦੀ ਉਮੀਦ ਲੱਗ ਰਹੀ ਹੈ ਤੁਹਾਨੂੰ? ਕਿਉਂਕਿ ਹੁਣ ਜੋ ਮੀਟਿੰਗਾਂ ਚੱਲ ਰਹੀਆਂ ਉਸ ਦੇ ਵਿੱਚ ਕਹਿੰਦੇ ਆ ਕਿ ਬਿੱਲ ਅਸੀਂ ਰੱਦ ਨਹੀਂ ਕਰਾਂਗੇ। ਦੇਖੋ, ਇੱਥੇ ਮੈਨੂੰ ਇੱਕ ਸ਼ੇਰ ਯਾਦ ਆਇਆ। ਉਹ ਕਹਿੰਦੇ, ਨਿੱਕੀ ਉਮਰ ਨਾ ਦੇਖ ਫਰੀਦਾ, ਕੱਚੀ ਉਮਰ ਨਾ ਦੇਖ ਫਰੀਦਾ, ਪੱਕੇ ਬੜੇ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ, ਇੰਨੇ ਧੱਕੇ ਖਾਦੇ ਨੇ। ਸੋ ਇਹਨਾਂ ਕਿਸਾਨਾਂ ਨੇ ਧੱਕੇ ਖਾਦੇ ਹੋਏ ਨਾ ਹਰ ਚੀਜ਼ ਦੇਖੀ ਆ, ਨਾ ਦੁੱਖ ਵੀ ਦੇਖਿਆ, ਨਾ ਸੁੱਖ ਵੀ ਦੇਖਿਆ। ਤਈਓ ਕਰਕੇ ਜਿਹੜੇ ਇੰਨੇ ਬੈਰੀਕੇਡ ਸੀ ਉਹਨਾਂ ਨੂੰ ਤੋੜ ਕੇ ਅੱਜ ਇੱਥੇ ਪਹੁੰਚ ਗਏ ਆ। ਇਸ ਦਾ ਕਾਰਨ ਇਹੀ ਹੈ ਕਿ ਇਹਨਾਂ ਕਿਸਾਨਾਂ ਦੇ ਕੋਲ ਤਜਰਬਾ ਹੈ, ਇਹਨਾਂ ਕਿਸਾਨਾਂ ਦੇ ਕੋਲ ਉਹ ਸਾਰਾ ਪੇਪਰ ਵਰਕ ਹੈ ਜੋ ਵੀ ਆਪਾਂ ਨੂੰ ਦਿਖ ਰਿਹਾ ਇਸ ਸਮੇਂ। ਬਾਕੀ ਸੰਘਰਸ਼ ਤੁਸੀਂ ਲੰਮੇ ਚੱਲਣ ਦੀ ਗੱਲ ਕੀਤੀ, ਉਹ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕਿਆ ਵਾਂ ਕਿ ਅਸੀਂ ਸਾਲ ਦੀ 6-6 ਮਹੀਨਿਆਂ ਦੀ ਰਸਤ ਲੈ ਕੇ ਆਏ ਆ ਤੇ ਪਿੱਛੋਂ ਰਸਤ ਆ ਰਹੀ ਆ। ਤੇ ਇਹ ਸੰਘਰਸ਼ ਜਿੰਨਾ ਚਿਰ ਵੀ ਚੱਲੂਗਾ ਅਸੀਂ ਜ਼ਰੂਰ ਲੜਾਂਗੇ। ਜਿਵੇਂ ਆਜ਼ਾਦੀ ਦੇ ਸਮੇਂ ਸੰਘਰਸ਼ ਜਿਹੜਾ ਸੀ 200 ਸਾਲ ਜਿਹੜਾ ਬਾਅਦ ਆਜ਼ਾਦੀ ਆਈ ਦੇਸ਼ ਦੇ ਵਿੱਚ, ਕਿੰਨਾ ਲੰਮਾ ਸਮਾਂ ਸੰਘਰਸ਼ ਲੜਨਾ ਪਿਆ, ਉਸੇ ਪ੍ਰਕਾਰ ਸਮਾਂ ਲੱਗੂਗਾ ਪਰ ਸੰਘਰਸ਼ ਜਿੱਤਾਂਗੇ ਜ਼ਰੂਰ। ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਗਿਲ ਰੌਂਤਾ ਨੇ ਲਿਖਿਆ ਸੀ, ਕਮਲ ਹੀਰ ਹੋਣਾ ਨੇ ਗਾਣਾ ਗਾਇਆ ਸੀਗਾ ਇਹ। ਹਾਂ, ਤਿੰਨਾਂ ਭਰਾਵਾਂ ਨੇ। ਔਰ ਉਸ ਨੂੰ ਲੈ ਕੇ ਤੁਸੀਂ ਦੇਖੋ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦਾ ਸਟੈਂਡ ਕੀ ਲੱਗਦਾ? 13 ਸਾਲ ਦੀ ਉਮਰ ਹੈ ਤੁਹਾਡੀ, ਤੁਹਾਨੂੰ ਕੀ ਸਮਝ ਆਇਆ? ਇੱਥੇ ਇੱਕ MP ਸਾਹਿਬ ਵੀ ਆ ਗਏ, ਬੋਲਣ ਲੱਗੇ ਪਰ ਕਿਸਾਨਾਂ ਨੇ ਭਜਾਇਆ। ਕਿਹੜੇ MP ਸੀ? ਉਹ MP ਸਹੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ MP ਜਿੱਤੇ ਨੇ, ਉਹਨਾਂ ਦਾ ਮੈਨੂੰ ਇਸ ਸਮੇਂ ਨਾਂ ਨਹੀਂ ਯਾਦ। ਔਜਲਾ ਸਾਹਿਬ, ਹਾਂ, ਗੁਰਜੀਤ ਔਜਲਾ, ਉਹ ਆਏ ਸੀ ਤੇ ਉਹਨਾਂ ਦੀ ਮੈਂ ਵੀਡੀਓ ਵੀ ਬਣਾ ਕੇ ਅਪਲੋਡ ਕੀਤੀ ਹੈ ਆਪਣੇ ਪੇਜ ਤੋਂ। ਸੋ ਇਹ ਚੀਜ਼ ਸੋਚਣ ਵਾਲੀ ਹੈ ਵੀ ਜਿੱਦਣ ਇੱਥੇ ਬੈਰੀਕੇਡ ਤੋੜਨੇ ਹਾਂ, ਜਿੱਦਣ ਸਾਡੇ ਟਰੈਕਟਰਾਂ ਦੇ ਟਾਇਰਾਂ ਜਿਹੜੇ ਉਹ ਮਾਰੇ ਜਾ ਰਹੇ ਸੀ ਬਰਫ਼ ਭੰਨਣ ਵਾਲੇ ਸੂਏ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਕਿ ਅਥਰੂ ਗੈਸ ਸਾਡੇ ਤੇ ਸੁੱਟੇ ਗਏ, ਸਾਡੇ ਉੱਪਰ ਲਾਠੀਆਂ ਵਰਸਾਈਆਂ ਗਈਆਂ, ਰੋੜੇ ਉਹਨਾਂ ਸਰਕਾਰ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਦੇ ਚੱਲੇ ਆ, ਬਕਾਇਦਾ ਤੌਰ ਤੇ ਵੀਡੀਓਗ੍ਰਾਫੀ ਹੋਈ ਆ। ਇਸ ਲਈ ਇਹ ਚੀਜ਼ ਸੋਚਣ ਵਾਲੀ। ਉਦਣ ਇਹ ਔਜਲਾ ਸਾਹਿਬ ਕਿੱਥੇ ਸੀ? ਉਦਣ ਕਾਂਗਰਸ ਦੇ ਆਗੂ, ਉਦਣ ਅਕਾਲੀ ਦਲ ਦੇ ਆਗੂ, ਜਾਂ ਉਦਣ ਹੋਰ ਕਿਸੇ ਪੋਲੀਟੀਕਲ ਪਾਰਟੀ ਦੇ ਆਗੂ ਜਿਹੜੇ ਆ, ਉਹਨਾਂ ਕਿਉਂ ਨਹੀਂ ਅੱਗੇ ਲੱਗ ਕੇ ਬੈਰੀਅਰ ਤੋੜੇ? ਹਰਸਿਮਰਤ ਬਾਦਲ ਹੋਣੀ ਕਹਿੰਦੇ ਕਿ ਅਸੀਂ ਅਸਤੀਫਾ ਦਿੱਤਾ, ਵਜ਼ਾਰਤ ਛੱਡਤੀ ਪੰਜਾਬ ਵਾਸਤੇ। ਕੈਪਟਨ ਅਮਰਿੰਦਰ ਸਿੰਘ ਹੋਣੀ ਕਹਿੰਦੇ ਆ ਕਿ ਮੈਂ ਅਸਤੀਫਾ ਜੇਬ 'ਚ ਪਾ ਕੇ ਫਿਰਦਾ। ਬੈਰੀਕੇਡ ਕਿਉਂ ਨਹੀਂ ਤੋੜ ਰਿਹਾ? ਨਾਲ ਲੱਗਣ, ਅੱਗੇ ਲੱਗਣ, ਬੈਰੀਕੇਡ ਤੋੜਨ ਸਾਡੇ ਨਾਲ। ਉਦੋਂ ਕਿੱਥੇ ਨੇ? ਹੁਣ ਭਾਸ਼ਣ ਦੇਣ ਵਾਰੀ ਤਾਂ ਸਾਰੇ ਅੱਗੇ ਹੋ ਜਾਂਦੇ ਆ। ਜਦੋਂ ਇਸੇ ਸਾਰੇ ਇੱਥੇ ਡਟੇ ਸੀ ਉਦੋਂ ਕਿਉਂ ਨਹੀਂ ਇਹ ਆਏ? ਪਹਿਲਾਂ ਕਿਉਂ ਨਹੀਂ ਸੀ ਇਹਨਾਂ ਨੂੰ? ਟਰਾਲੀਆਂ ਲੈ ਕੇ ਕਹਿੰਦੇ ਅਸੀਂ ਸ਼ੁਰੂਆਤ ਅਸੀਂ ਕੀਤੀ ਹੈ। ਜਦੋਂ ਵਿੱਚ ਜਿਹੜੀ ਹੁੰਦੀ ਹੈ ਅਸੈਂਬਲੀ ਹੁੰਦੀ ਹੈ ਦੇਸ਼ ਦੀ, ਪਾਰਲੀਮੈਂਟ ਹੁੰਦੀ ਹੈ, ਜਦੋਂ ਉੱਥੇ ਬਿੱਲ ਪਾਸ ਹੋ ਰਿਹਾ ਸੀ, ਉਦੋਂ ਇਹ ਸਰਕਸ ਦਾ ਉੱਥੇ ਨਾਚ ਦੇਖਣ ਗਏ ਸੀ, ਉੱਥੇ ਸਰਕਸ ਚੱਲ ਰਹੀ ਹੈ, ਉਦੋਂ ਨਹੀਂ ਸੀ ਇਹਨਾਂ ਨੂੰ ਪਤਾ? ਇਹਨਾਂ ਸਾਰਿਆਂ ਨੇ ਆਪਦੀ ਸਹਿਮਤੀ ਦਿੱਤੀ ਆ ਉਹਨਾਂ ਬਿੱਲਾਂ ਦੇ ਵਿੱਚ, ਇਹਨਾਂ ਦੇ ਹਸਤਾਖਰ ਵੀ ਪਿੱਛੇ ਜੇ ਸਾਹਮਣੇ ਆਏ ਸੀ। ਫਿਰ ਹੁਣ ਵਿਰੋਧ ਕਿਉਂ ਕਰ ਰਿਹਾ? ਕਿਉਂ ਇਹ ਲੱਗਿਆ ਕਿ ਮਾਹੌਲ ਚੇਂਜ ਹੋ ਗਿਆ? ਹੁਣ ਰਾਜਨੀਤੀ ਕਰ ਰਹੇ ਆ ਸਾਰੇ, ਇਸੇ ਰਾਜਨੀਤੀ ਕਰ ਰਹੇ ਆ, ਪਰ ਰਾਜਨੀਤੀ ਕਿਸਾਨ ਸਾਥੀਆਂ ਨੂੰ ਚੱਲਣ ਦਿੰਦੇ ਨਹੀਂ। ਇਸ ਰਾਜਨੀਤੀ ਨੂੰ ਮੂੰਹ ਤੋੜਮਾ ਜਵਾਬ ਦੇਣਗੇ। ਮੋਦੀ ਸਰਕਾਰ ਕਾਨੂੰਨ ਰੱਦ ਨਹੀਂ ਕਰਦੀ ਤਾਂ ਫਿਰ ਮਾਹੌਲ ਹੋਰ ਚੇਂਜ ਹੋ ਸਕਦਾ, ਅੱਗੇ ਬਦਲਾਅ ਵੱਡਾ ਹੋ ਸਕਦਾ, ਕਿਉਂਕਿ ਕਿਸਾਨਾਂ ਨੇ ਕਿਹਾ, ਤੁਸੀਂ ਵੀ ਕਹਿ ਰਹੇ ਹੋ ਕਿ ਰਾਸ਼ਨ ਪਾਣੀ ਦਾ ਇੰਤਜ਼ਾਮ ਲੰਬਾ ਕਰਕੇ ਆਏ ਹੋ, ਤੁਹਾਡੇ ਇਰਾਦੇ ਇੰਨੇ ਵੱਡੇ ਨੇ। ਤਾਂ ਜਿਹੜੇ ਬਜ਼ੁਰਗ ਬੈਠੇ ਨਾਲ, ਮੈਂ ਕਹੂੰਗਾ ਇੱਕ ਵਾਰ ਦਿਖਾ ਦਿਓ। ਇਹ ਛੋਟਾ ਜਿਹਾ ਬੱਚਾ 13 ਸਾਲ ਦੀ ਉਮਰ ਹੈ, ਨਾਲ ਬਜ਼ੁਰਗ ਬੈਠੇ। ਬਾਪੂ ਤੁਹਾਡੀ ਉਮਰ ਕਿੰਨੀ ਹੈ? ਸਾਡੀ 65 ਸਾਲ। 65 ਸਾਲ ਤੇ ਨਾਲ ਹੋਰ ਨੇ। ਬਾਪੂ ਤੁਹਾਡੀ ਕਿੰਨੀ ਉਮਰ ਹੈ? 60 ਸਾਲ। 65 ਸਾਲ 60 ਸਾਲ ਵਾਲੀ ਉਮਰ ਤੇ ਪਿੱਛੇ ਦੇਖੋਗੇ ਚਿੱਟੇ ਦਾੜੇ ਨੇ, ਬਜ਼ੁਰਗ ਵੀ ਨੇ। ਬੇਟੇ ਦੀ ਸ਼ਾਦੀ ਆ, ਉਹ ਛੱਡੀ ਹੋਈ ਇਹਨਾਂ ਨੇ। ਬੇਟੇ ਦੀ ਸ਼ਾਦੀ ਆ, ਇਹਨਾਂ ਨਾਲ ਜ਼ਰੂਰ ਗੱਲ ਕਰੂੰਗਾ। ਬੇਟੇ ਦੀ ਸ਼ਾਦੀ ਹੈ, 9 ਤਰੀਕ ਦਾ ਵਿਆਹ ਹੈ। ਬਾਪੂ ਜੀ ਕਿੱਥੋਂ ਆਏ ਹੋ ਤੁਸੀਂ? ਤਰਨਤਾਰਨ ਤੋਂ ਜੀ। ਤਰਨਤਾਰਨ ਤੋਂ ਆਏ ਹੋ। 8 ਤਰੀਕ ਨੂੰ ਸ਼ਗਨ ਹੈ, 9 ਤਰੀਕ ਦਾ ਵਿਆਹ, ਪਰ ਮੋਦੀ ਸਾਹਿਬ ਨੇ ਕਰ ਇਹ ਦਿੱਤਾ ਕਿ ਤੁਹਾਨੂੰ ਦਿੱਲੀ ਆਉਣਾ ਪਿਆ, ਧਰਨੇ ਦੇ ਵਿੱਚ ਬੈਠੇ ਹੋ। ਬਿਲਕੁਲ ਜੀ, ਬਿਲਕੁਲ ਪੱਕੇ। ਅਸੀਂ ਸ਼ਾਦੀ ਛੱਡ ਦਿਆਂਗੇ ਪਰ ਇਧਰੋਂ ਨਹੀਂ ਜਾਵਾਂਗਾ। ਬਾਕੀ ਪਰਿਵਾਰ ਘਰੇ ਹੀ ਆ? ਪਰਿਵਾਰ ਕੰਮ ਕਰ ਰਿਹਾ ਜੀ। ਸੱਜਣ ਮਿੱਤਰ ਬੱਕਰੇ ਲੈ ਕੇ ਦੇਣ ਡਿਆ। ਇੱਥੇ ਸਿੰਘ ਖਲੋਤਾ ਜੀ ਕਿੜੀਆਂ ਦਾ, 50 ਕਿਲੋ ਮੱਛੀ ਉਹਨੇ ਦੇਤੀ ਆ। ਸਾਡਾ ਸਗੋਂ ਵਧੀਆ ਹੋ ਗਿਆ ਕੰਮ,
ਵੀ ਅੱਗੇ ਨੂੰ ਜ਼ਿਆਦਾ ਧੂਮ-ਧਾਮ ਨਾ ਹੋ ਜਾਊਗਾ। ਤੇ ਸਾਨੂੰ ਤੇ ਖੁਸ਼ੀ ਆ ਵੀ ਅਸੀਂ ਇੱਥੇ ਬੈਠੇ ਆ, ਡਟ ਕੇ ਮੁਕਾਬਲਾ ਕਰਾਂਗੇ, ਡਟ ਕੇ ਮੁਕਾਬਲਾ ਕਰੋਗੇ, ਲੜਾਈ ਜਿੱਤ ਕੇ ਮੁੜੋਗੇ। ਜਿੱਤ ਕੇ ਜਾਵਾਂਗੇ। ਹੁਣ ਜੋ ਮੀਟਿੰਗ ਚੱਲ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਦੇ ਜੋ ਮੰਤਰੀ ਹੈ ਜਾਂ ਜੋ ਸੀਨੀਅਰ ਅਧਿਕਾਰੀ ਹੈ ਉਹ ਮੰਨ ਨਹੀਂ ਰਹੇ ਇਸ ਗੱਲ ਤੇ, ਕਾਨੂੰਨ ਰੱਦ ਨਹੀਂ ਹੋਣਗੇ। ਆਪੇ ਹੌਲੀ-ਹੌਲੀ ਮੰਨ ਜਾਣਗੇ ਜਦੋਂ ਨਾਸਾਂ ਬੰਦ ਹੋਈਆਂ। ਹੁਣ 1.5 ਕਰੋੜ ਦੇ ਲਗਭਗ ਬੰਦਾ ਦਾਲੇ-ਦਾਲੇ ਆ ਗਿਆ, ਕੱਲ ਨੂੰ 2 ਕਰੋੜ ਤੋਂ ਟੱਪ ਜਾਣੀ ਗਿਣਤੀ। ਸਾਰਾ ਦੇਸ਼ ਆ ਗਿਆ, ਸਾਰੇ ਦੇਸ਼ ਦੇ ਅੱਗੇ ਕਿਵੇਂ ਠਹਿਰ ਜੂਗਾ ਇਹ? ਕਰਨਾਟਕ ਆ ਗਿਆ, ਕੇਰਲ ਆ ਗਿਆ, ਤਾਮਿਲਨਾਡੂ ਆ ਗਿਆ, ਬਿਹਾਰ ਆ ਗਿਆ, ਤੇ ਉਧਰੋਂ ਬੰਗਾਲ ਵੀ ਤੁਰ ਰਿਹਾ ਵਾ। ਸਾਰੇ ਸੂਬੇ ਜਿੰਨੇ ਵੀ ਆ ਉਹ ਸਾਡੇ ਨਾਲ ਪੁਰਜੋਰ ਜਿਹੜਾ ਵਾ ਦੇ ਰਿਹਾ, ਸਾਥ ਦੇ ਰਿਹਾ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਤੋਂ ਅੱਜ ਇੱਕ ਨੌਜਵਾਨ ਆਇਆ, ਉਹ ਕਹਿੰਦਾ ਮੈਂ ਆਪਣੇ ਸ਼ਹਿਰ ਦੇ ਵਿੱਚ ਚੰਦਾ ਇਕੱਠਾ ਕਰਕੇ ਇੱਥੇ ਆਇਆ ਵਾਂ। ਉਹਨੇ ਗੀਤ ਗਾ ਕੇ ਗਿਆ ਸੀ, ਮੈਂ ਲਾਈਵ ਕੀਤਾ ਉਹਦਾ ਗੀਤ। ਉਹਨੇ ਗੀਤ ਗਾਇਆ ਕਿ ਜਿਹੜਾ ਭਗਤ ਸਿੰਘ ਹੈ ਉਹ ਹਾਲੇ ਵੀ ਸਾਡੇ ਜਿਹੜਾ ਖੂਨ ਦੇ ਹਰ ਇੱਕ ਕਤਰੇ 'ਚ ਜਿਹੜਾ ਜਿੰਦਾ ਹੈ। ਉਹਨੇ ਵਿਚਾਰੇ ਨੇ ਗਰਾਈ ਮਾਰ ਕੇ ਵੀ ਮੈਂ ਤੁਹਾਡਾ ਸਾਥ ਦੇਣ ਆ ਰਿਹਾ ਇੱਥੇ, ਉਹ ਆਇਆ ਅੱਜ ਜੀ। ਠੀਕ ਹੈ। ਔਰ ਪੰਜਾਬ ਦਾ ਕਿਹੜਾ ਲੀਡਰ ਚੰਗਾ ਲੱਗਦਾ ਤੁਹਾਨੂੰ? ਨੈਸ਼ਨਲ ਕਿਹੜਾ ਲੀਡਰ ਚੰਗਾ ਲੱਗਦਾ? ਦੇਖੋ ਕਨਈਆ ਕੁਮਾਰ ਕਾਫੀ ਬਹੁਤ ਜ਼ਿਆਦਾ ਜਿਹੜਾ ਸੱਚ ਬੋਲ ਰਿਹਾ, ਜਿਹਨੇ ਜੇਐਨਯੂ ਦੇ ਵਿੱਚ ਜਿਹਦੇ ਉੱਤੇ ਪਰਚੇ ਵੀ ਹੋਏ, ਬਹੁਤ ਵਧੀਆ ਵਿਅਕਤੀ ਹੈ ਉਹ, ਤੇ ਆਉਣ ਵਾਲਾ ਨੇਤਾ ਉਹਨੂੰ ਆਪਾਂ ਦੇਖ ਸਕਦੇ ਹਾਂ ਜੀ। ਪੰਜਾਬ ਦਾ ਲੀਡਰ? ਪੰਜਾਬ ਦਾ ਦੇਖੋ ਸਾਰਾ ਹਵਾਈ ਉੱਤੇ ਪਿਆ, ਐਵੇਂ ਕਹਾਂ ਤੁਹਾਨੂੰ ਮੈਂ। ਪੰਜਾਬ ਦੇ ਦਾ ਕੋਈ ਵੀ ਲੀਡਰ ਮੈਨੂੰ ਅੱਛਾ ਨਹੀਂ ਲੱਗਦਾ। ਬਾਕੀ ਜਿਹੜੀ ਦੂਸਰੀ ਗੱਲ ਹੈ ਕਿ ਜਿਹੜਾ ਹੱਕ ਸੱਚ ਦੀ ਗੱਲ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜਾ ਕਹੂਗਾ ਕਿ ਅਸੀਂ ਸਮਾਜਵਾਦ ਦੀ ਗੱਲ ਕਰਦੇ ਆ, ਉਹ ਸਾਨੂੰ ਜ਼ਰੂਰ ਚੰਗਾ ਲੱਗੂਗਾ। ਮੋਦੀ ਕਹਿੰਦਾ ਸੀ ਕਿ ਮੇਰੇ ਚੰਗਾ ਲੱਗਣ ਨਾ ਲੱਗਣ ਨਾਲ ਕੁਝ ਨਹੀਂ ਹੁੰਦਾ, ਲੋਕਾਂ ਨੂੰ ਚੰਗਾ ਲੱਗਣਾ ਚਾਹੀਦਾ। 2022 ਕਿਉਂਕਿ ਤੁਸੀਂ ਵੀ ਲੋਕਾਂ ਦੇ ਵਿੱਚੋਂ ਹੀ, ਹਾਲਾਂਕਿ ਹਜੇ ਵੋਟ ਤਾਂ ਨਹੀਂ ਬਣੀ, ਪਰ ਹੋਰ 5 ਸਾਲਾਂ ਨੂੰ ਜਦੋਂ ਵੋਟ ਬਣ ਜੂਗੀ, 2022 ਨੂੰ ਲੈ ਕੇ ਕਿਹਾ ਜਾ ਰਿਹਾ ਸੀ, ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਸੀ ਕਿ ਅਸੀਂ ਆਮਦਨੀ ਦੁੱਗਣੀ ਕਰ ਦਿਆਂਗੇ ਕਿਸਾਨਾਂ ਦੀ। ਕਿਸਾਨ ਸੜਕਾਂ ਦੇ ਉੱਪਰ ਆ, ਬੇਹਾਲ ਆ, ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲ ਰਿਹਾ। ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਹਾਂ, ਪਰ ਕਿਸਾਨ ਕਹਿੰਦਾ ਸਾਡੇ ਹੱਕ ਦੀ ਗੱਲ ਨਾ ਕਰੋ ਤੁਸੀਂ, ਅਸੀਂ ਤਾਂ ਇਦਾਂ ਹੀ ਠੀਕ ਆ, ਕਿਉਂਕਿ ਜੋ ਕਾਨੂੰਨ ਲੈ ਕੇ ਆਏ ਹੋ ਕਿਸਾਨ ਕਹਿੰਦੇ ਬਹੁਤ ਨੁਕਸਾਨਦਾਇਕ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ। ਨਹੀਂ, ਜਿਹੜਾ ਆਉਂਦਾ ਗੱਲ ਕਿਹੜੀ ਕਰਦਾ, 2022 ਚ ਆਪਣੀ ਪਾਰਟੀ ਖੜਾ ਕਰਾਂਗੇ, ਆਪਣੀ ਪਾਰਟੀ ਖੜਾ ਕਰਾਂਗੇ। ਇਸ ਲਈ ਇਹ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ ਵਾ ਵੀ ਅਸੀਂ ਪਾਰਟੀ ਖੜੀ ਕਰਨੀ ਹੈ ਜਾਂ ਨਹੀਂ ਕਰਨੀ। ਇਹ ਤਾਂ ਉਹਨਾਂ ਦੀ ਜਿਹੜੇ ਹੈਗੀ ਆ ਗੱਲਬਾਤ ਹੈ। ਸੋ ਇਹ ਚੀਜ਼ ਸੋਚਣ ਵਾਲੀ ਹੈ। ਅੱਜ ਪੰਜਾਬ ਦੇ ਲੋਕਾਂ ਨੂੰ ਇਹ ਲੀਡਰ ਗਮਰਾਹ ਕਰ ਰਹੇ ਨੇ ਤੇ ਇਹ ਧੜੇ ਬੰਦੀਆਂ 'ਚ ਵੰਡ ਰਹੇ ਨੇ, ਪਰ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਸਾਰੇ ਲੀਡਰ 2022 ਦੀਆਂ ਚੋਣਾਂ ਦੇ ਲਈ ਰਾਜਨੀਤੀ ਕਰ ਰਹੇ ਨੇ ਜੀ। 2022 ਦੇ ਰਾਹ ਪੱਧਰੇ ਕਰਨ ਦੀ ਤਿਆਰੀ ਕਰ ਰਹੇ ਨੇ ਬਹੁਤ ਸਾਰੇ ਲੀਡਰ। ਜੰਗੀ ਪੱਧਰ ਤੇ ਤਿਆਰੀ ਹੋ ਰਹੀ ਇਹਨਾਂ ਦੀ 2022 ਦੀ। ਜਿਹੜਾ ਆਉਂਦਾ ਗੱਲ ਕਿਹੜੀ ਕਰਦਾ, 2022 ਚ ਆਪਾਂ ਇਹਦਾ ਜਵਾਬ ਤਿਆਂ ਦੇਾਂਗੇ ਜੇ ਤੁਸੀਂ ਸਾਨੂੰ ਵੋਟਾਂ ਪਾਓਗੇ। ਸਾਡੀ ਪੰਜਾਬ 'ਚ ਸਰਕਾਰ ਹੋਊਗੀ ਤੇ ਅਸੀਂ ਕਿਸੇ ਨੂੰ ਵੜਨ ਨਹੀਂ ਦਿਆਂਗੇ। ਇਹ ਚੀਜ਼ ਸੋਚਣ ਵਾਲੀ ਆ। ਜੇ ਤੁਸੀਂ ਆਪ ਹੀ ਜਾ ਕੇ ਪਾਸ ਕਰਵਾ ਦੇਣੇ ਆ ਬਿੱਲ, ਤੇ ਉੱਥੇ ਫਿਰ ਤੁਹਾਡੀਆਂ ਸਰਕਾਰਾਂ ਦਾ ਫਾਇਦਾ ਨਹੀਂ। ਇਸ ਲਈ ਕਿਸਾਨ ਚੁਣਨਗੇ, ਗਾਂ ਤੋਂ ਜਿਹੜੀ ਸਰਕਾਰ ਚੁਣਨਗੇ, ਮਜ਼ਦੂਰ ਚੁਣਨਗੇ, ਕਿਰਤੀ ਵਰਗ ਚੁਣੂਗਾ। ਨੈਸ਼ਨਲ ਮੀਡੀਆ ਕਹਿ ਰਿਹਾ ਕਿ ਖਾਲਿਸਤਾਨੀ ਲੋਕ ਆ, ਇਸ ਚੀਜ਼ ਨੂੰ ਕਿੱਦਾਂ ਕਹੋਗੇ? ਕਿਉਂਕਿ ਛੋਟੇ ਛੋਟੇ ਬੱਚੇ, ਤੁਹਾਡੀ ਉਮਰ ਵੀ ਕੋਈ ਬਹੁਤੀ ਨਹੀਂ ਪਰ ਗਿਆਨ ਇੰਨਾ ਚੱਕੀ ਫਿਰਦੇ ਹੋ, ਔਰ ਆ ਛੋਟਾ ਜਿਹਾ ਇੱਕ ਬੱਚਾ, 12 ਸਾਲ ਦਾ ਇਹ 12 ਸਾਲ ਉਮਰ ਹੈ। ਤੁਹਾਡੀ ਕਿੰਨੀ? 12 ਸਾਲ ਉਮਰ ਹੈ। ਹਾਂਜੀ, ਤੁਸੀਂ ਕੀ ਲੱਗਦੇ ਹੋ ਇਹਨਾਂ ਦੇ? ਇਹ ਗਵਾਂਢੀ ਦਾ ਮੁੰਡਾ। ਅੱਛਾ, ਪਿੰਡੋਂ ਹੀ ਆਏ ਹੋ, ਗਵਾਂਢੀ ਹੋ ਇਹਨਾਂ ਦੇ? ਹਾਂਜੀ। ਠੀਕ ਹੈ। ਔਰ ਇਹ ਛੋਟਾ ਜਿਹਾ ਬੱਚਾ ਕੌਣ ਕੌਣ ਆਇਆ ਘਰੋਂ? ਘਰੋਂ ਕੱਲਾ ਆਇਆ ਮੈਂ। ਇਕੱਲੇ ਆਏ ਹੋ? ਭੇਜਤਾ ਘਰਦਿਆਂ ਨੇ? ਹਾਂਜੀ। ਕੀ ਕਹਿੰਦੇ ਘਰਦੇ? ਘਰਦਿਆਂ ਦੇ ਚਲ ਜਾ ਤੇ ਜੰਗ ਜਿੱਤ ਕੇ ਆਉਣੀ ਆ, ਉਤਰਾ ਨਹੀਂ ਮੁੜਨਾ। ਮੇਰੀ ਭੈਣ ਕਹਿੰਦੀ ਜੇ ਉਤਰਾ ਮੁੜਿਆ ਤੇ ਘਰੇ ਆਣ ਕੇ ਚੂੜੀਆਂ ਪਾ ਲਈ। ਅੱਛਾ, ਹਾਂ। ਇਹ ਗੱਲ ਕਹੀ ਭੈਣ ਨੇ? ਹਾਂਜੀ। ਸੋ ਇਹ ਪੰਜਾਬ ਜਿਹੜੀ ਹੈ ਬਹਾਦਰਾਂ ਦੀ ਕੌਮ ਹੈ। ਇੱਕ ਛੋਟਾ ਜਿਹਾ ਬੱਚਾ 12 ਸਾਲ ਇਸ ਦੀ ਉਮਰ ਹੈ, ਇਸ ਦੀ ਉਮਰ 12 ਸਾਲ ਹੈ। ਕਹਿੰਦਾ ਕਿ ਮੇਰੀ ਭੈਣ ਨੇ ਮੈਨੂੰ ਇਹ ਕਹਿ ਕੇ ਭੇਜਿਆ ਕਿ ਜੇ ਹਾਰ ਕੇ ਆਏ ਤਾਂ ਚੂੜੀਆਂ ਪਾ ਲਿਓ, ਜੰਗ ਜਿੱਤ ਕੇ ਆਉਣੀ ਹੈ। ਔਰ ਗੁਰਸੇਵਕ ਇਹੋ ਜਿਹਾ ਜੋਸ਼ ਹੈ। ਛੋਟੇ ਛੋਟੇ ਬੱਚੇ ਵੀ ਨੇ, ਤੁਹਾਡੀ ਵੀ ਉਮਰ ਕੋਈ, ਤੁਹਾਡੇ ਤੋਂ 1 ਸਾਲ। ਡਰਾਈਵਰ ਸਾਹਿਬ ਨੇ ਇਹਨਾਂ ਨੇ ਹਾਂਜੀ, ਇਹਨਾਂ ਦੇ ਟਰੈਕਟਰ ਦਾ ਜਿਹੜਾ ਟਾਇਰ ਪਾਟਾ, ਇਹਨਾਂ ਦੇ ਟਰੈਕਟਰ ਜਿਹੜੇ ਸੂਏ ਮਾਰੇ ਗਏ ਟਾਇਰ ਦੇ ਵਿੱਚ। ਤੁਹਾਡੇ ਟਰੈਕਟਰਾਂ ਦੇ ਟਾਇਰਾਂ 'ਚ ਮਾਰੇ ਗਏ ਸੀ ਸੂਏ? ਹਾਂਜੀ, ਅਰਜਨ ਟਰੈਕਟਰ। ਕੌਣ ਲੋਕ ਸੀ? ਦੇਖੇ ਨਹੀਂ ਤੁਸੀਂ? ਕੌਣ ਸੀਗੇ ਉਹ? ਨਹੀਂ, ਉਹ ਉਧਰ ਉਹਨਾਂ ਦੇ ਮੀਡੀਆ ਵਾਲਿਆਂ ਦੇ, ਉਹਨਾਂ ਦੇ ਉਧਰੋਂ ਹੀ ਪੁਲਿਸ ਦੇ ਬੰਦੇ, ਸਿਵਲ ਚ ਸੀਗੇ, ਸਿਵਲ ਲੀਡਰ ਚ। ਅੱਛਾ, ਨਹੀਂ ਤੁਸੀਂ ਦੇਖੇ ਸੀਗੇ ਕਿ ਨਹੀਂ ਜਦੋਂ ਸੂਏ ਮਾਰ ਰਹੇ ਸੀਗੇ? ਫੜਿਆ ਨਹੀਂ ਤੁਸੀਂ ਉਹਨਾਂ ਨੂੰ ਭੱਜ ਕੇ? ਫਿਰ ਭੱਜ ਗਏ। ਹਾਂਜੀ, ਜਦੋਂ ਉਹਨਾਂ ਗੋਲਾ ਸੁੱਟਿਆ ਨਾ, ਤੇ ਉਹ ਗੋਲਾ ਸੁੱਟਿਆ ਤੇ ਧੂਆਂ ਹੋ ਗਿਆ। ਉਹ ਸਿਵਲ ਵਾਲੇ ਪੁਲਿਸ ਵਾਲੇ ਆਏ ਸੂਏ ਮਾਰ ਕੇ, ਜਦੋਂ ਸਾਡੇ ਕੋਲ ਵੀ ਡਾਂਗਾ ਡੂੰਗਾ ਜਿਹੇ ਪਏ, ਉਹ ਭੱਜ ਕੇ ਵਾਪਸ ਆਪਦੇ ਫੇਰ ਉਸੇ ਗਰੁੱਪ 'ਚ ਚਲੇ ਗਏ ਪੁਲਿਸ ਵਾਲੇ ਦੀ। ਔਰ ਵੱਡੀ ਗੱਲ ਇਹ ਆ ਵੀ ਇਹਨਾਂ ਦਾ ਭਰਾ ਕੈਪਟਨ ਰਿਟਾਇਰ ਆਇਆ ਫੌਜ ਦੇ ਉਸ ਦਿਨ, ਪਰ ਇਹ ਪਾਰਟੀ ਉਹਨਾਂ ਕੀਤੀ ਘਰੇ ਆ ਕੇ ਪਾਰਟੀ ਛੱਡ ਆਏ ਵਿੱਚ ਹੀ।
ਔਰ ਉਹਨੇ ਕਿਹਾ ਵੀ ਛੋਟੇ ਵੀਰ ਜੰਗ ਜਿੱਤ ਕੇ ਆਉਣੀ ਹੂੰ। ਮੈਂ ਬਾਰਡਰ ਤੇ ਲੜਦਾ ਰਿਹਾ, ਮੈਂ ਇੰਨਾ ਚਿਰ ਫੌਜ ਦੀ ਸੇਵਾ ਕੀਤੀ ਦੇਸ਼ ਦੀ, ਤੂੰ ਕਿਸਾਨਾਂ ਦੀ ਸੇਵਾ ਕਰਨੀ ਆ, ਮੋਰਚਾ ਜਿੱਤ ਕੇ ਆਵੀਂ। ਇਹ ਮੇਰੇ ਸਾਹਮਣੇ ਗੱਲ ਹੋ ਰਹੀ ਹੈ ਇਹਨਾਂ ਦੀ ਫੋਨ ਤੇ। ਕੈਪਟਨ ਸਾਹਿਬ ਘਰੇ ਬੈਠੇ ਨੇ ਹੁਣ। ਹਾਂਜੀ ਹਾਂਜੀ ਕਪਰਸੋਂ ਆਏ ਪਿਲਸਨ ਹੋ ਕੇ। ਸੋ ਦੇਖੋਗੇ ਤੁਸੀਂ ਤਸਵੀਰਾਂ, ਭਾਵੇਂ 12 ਸਾਲ ਦਾ ਮੁੰਡਾ, 13 ਸਾਲ ਦਾ ਮੁੰਡਾ, ਫਿਰ 70 75 ਸਾਲਾਂ ਵਾਲੇ, 65 ਸਾਲਾਂ ਵਾਲੇ, 60 ਸਾਲ ਵਾਲੇ, 50 ਸਾਲ ਦੀ ਉਮਰ ਵਾਲੇ ਲੋਕ ਵੀ ਇੱਥੇ ਨੇ। ਹਰ ਵਰਗ ਦਾ ਸਪੋਰਟ ਮਿਲ ਰਿਹਾ ਕਿਸਾਨਾਂ ਦੇ ਇਸ ਧਰਨੇ ਨੂੰ। ਪਰ 13 ਸਾਲ ਦਾ ਇਹ ਮੁੰਡਾ ਕਹਿੰਦਾ ਹੈ ਕਿ ਸੰਘਰਸ਼ ਜਿੱਤੇ ਬਿਨਾ ਵਾਪਸ ਪੰਜਾਬ ਨਹੀਂ ਮੁੜਾਂਗੇ। 12 ਸਾਲ ਦਾ ਮੁੰਡਾ, ਇਸ ਦੀ ਭੈਣ ਨੇ ਇਹ ਕਹਿ ਕੇ ਭੇਜਿਆ ਕਿ ਜੇ ਹਾਰ ਕੇ ਆਏ ਤਾਂ ਘਰੇ ਆ ਕੇ ਚੂੜੀਆਂ ਪਾ ਲਿਓ। ਪੰਜਾਬ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਜੋਸ਼ ਹੈ, ਪਰ ਕੇਂਦਰ ਸਰਕਾਰ ਦੇਖਣਾ ਹੈ ਕਦੋਂ ਗੋਡੇ ਟੇਕੇਗੀ, ਕਦੋਂ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਕਰੇਗੀ। ਉਸ ਤੋਂ ਬਾਅਦ ਹੀ ਇਹ ਲੋਕ ਵਾਪਸ ਪੰਜਾਬ ਮੁੜਨਗੇ, ਕਿਉਂਕਿ ਦ੍ਰਿੜ ਇਰਾਦਾ ਕਰਕੇ ਲੋਕ ਆਏ ਕਿ ਉਦੋਂ ਤੱਕ ਵਾਪਸ ਨਹੀਂ ਮੁੜਾਂਗੇ ਜਦੋਂ ਤੱਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਰੱਦ ਨਹੀਂ ਕਰਦੀ। ਕੈਮਰਾਮੈਨ ਰਵੀ ਸ਼ੰਕਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਦਿੱਲੀ।